ਸਤਿ ਸ੍ਰੀ ਅਕਾਲ ਜੀ। YouTube ਚੈਨਲ ਪੰਜਾਬੀ ਸਟੋਰੀ ਟੇਸ਼ਨ ਦੇ ਤੁਹਾਡਾ ਸਵਾਗਤ ਤੇ ਮੈਂ ਤੁਹਾਡੀ ਜੱਸੀ ਸੰਧੂ। ਅੱਜ ਦੀ ਪੋਡਕਾਸਟ ਵਿੱਚ ਤੁਸੀਂ ਸੁਣੋਗੇ ਨੌਰੰਗ ਸਿੰਘ ਜੀ ਹੁਣਾਂ ਦੀ ਲਿਖੀ ਹੋਈ ਬਹੁਤ ਹੀ ਪਿਆਰੀ ਕਹਾਣੀ ਮੁਰਗੀਆਂ। ਹਾਏ, ਬਿਮਾਰ ਮਾਂ ਅੰਦਰ ਹੁੰਗਾਰਾ ਮਾਰਦੀ। ਕਰੀਮੂ ਤੇ ਰਹੀਮੂ ਦੋਵੇਂ ਖਰੋਟ ਪੈ ਖੇਡਦੇ ਸਨ। ਤੂੰ ਮੇਰੀ ਚੱਲ ਸੁੱਟ, ਕਰੀਮੂ ਨੇ ਕਿਹਾ। ਰਹੀਮੂ ਨੇ ਪਚਾਮਿਆਂ ਤੋਂ ਖਲੋ ਕੇ ਖਰੋਟਾਂ ਦੀ ਲੱਪ ਖੁੱਤੀ ਵੱਲ ਵਗਾਹ ਮਾਰੀ। ਕੁਝ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਿਆਂ ਵੱਲ ਵੇਖਦਿਆਂ ਉਸ ਆਪਣੇ ਵੱਡੇ ਭਰਾ ਕਰੀਮੂ ਤੋਂ ਪੁੱਛਿਆ, ਦੱਸ ਚੋਟ ਕਿਹੜੇ ਤੇ ਲਾਵਾਂ? ਲਾ ਵਿਚਕਾਰਲੇ ਦੇ। ਰਹੀਮੂ ਨੇ ਸ਼ਿਸ਼ਤ ਬੰਨ੍ਹ ਕੇ ਅੱਗੇ ਨੂੰ ਝੋਕ ਕੇ ਦੱਸੇ ਖਰੋਟ ਤੇ ਖਰੋਟ ਵਗਾਇਆ, ਪਰ ਨਿਸ਼ਾਨਾ ਉੱਕ ਗਿਆ। ਹਾਂ ਉੱਕ ਗਿਆ, ਕਰੀਮੂ ਉੱਚੀ ਸਾਰੇ ਹੱਸ ਉੱਠਿਆ। ਹਾਏ ਹਾਏ ਵੇ, ਪਾਣੀ ਦਾ ਘੁੱਟ ਮੂੰਹ 'ਚੋਂ ਪਾ ਜਾਓ ਵੇ, ਅੰਦਰੋਂ ਮਾਂ ਟੁੱਟਵੀਂ ਆਵਾਜ਼ ਵਿੱਚ ਬੋਲੀ। ਦੇ ਦਿੰਦੇ ਆ ਪਾਣੀ ਵੀ, ਕਰੀਮੂ ਨੇ ਖਰੋਟ ਖੂੰਜਦਿਆਂ ਆਖਿਆ ਤੇ ਕਾਹਲੀ ਨਾਲ ਉਹ ਨਿੱਜ ਥਾਂ 'ਤੇ ਖਰੋਟ ਖੁੱਤੀ ਵਿੱਚ ਪਾਣ ਜਾ ਖੜੋਤਾ ਤੇ ਅੱਗੇ ਨੂੰ ਬਾਂਹ ਕਰਕੇ ਖੁੱਤੀ ਵੱਲ ਸੁੱਟੇ। ਨਾਲੇ ਉਸ ਕਰੀਮੂ ਤੋਂ ਪੁੱਛਿਆ, ਕਿੰਨੇ ਪਏ ਨੇ? ਇੱਕੋ ਪਿਆ ਕੁੱਲ। ਰਹੀਮੂ ਇਸ 'ਤੇ ਡਾਢਾ ਖੁਸ਼ ਸੀ। ਉਹ ਚੋਟ ਲਾਉਣ ਲਈ ਇੱਕ ਖਰੋਟ ਵੱਲ ਇਸ਼ਾਰਾ ਕੀਤਾ। ਪਤਾ ਨਹੀਂ ਕਰੀਮੂ ਤੋਂ ਚੋਟ ਲੱਗੀ ਕਿ ਨਾ, ਪਰ ਉਹ ਜਾਣ ਗਿਆ ਕਿ ਉਸ ਦੀ ਚੋਟ ਖਰੋਟ 'ਤੇ ਵੱਜ ਗਈ ਆ। ਉਹ ਸਾਰੇ ਖਰੋਟ ਹੁੰਜਣ ਦਾ ਹੱਕਦਾਰ ਆ। ਅੱਗੇ ਵਧਿਆ, ਪਰ ਰਹੀਮੂ ਨੇ ਐਉਂ ਕਰਨ ਤੋਂ ਉਸ ਨੂੰ ਡੱਕਿਆ। ਉਹਦਾ ਖਿਆਲ ਸੀ ਚੋਟ ਨਹੀਂ ਵੱਜੀ, ਐਵੇਂ ਉਹ ਸਾਰੇ ਖਰੋਟ ਚੁੱਕ ਨਹੀਂ ਸਕਦਾ। ਪਰ ਕਰੀਮੂ ਆਖੀ ਜਾਵੇ ਚੋਟ ਲੱਗੀ ਆ। ਰਹੀਮੂ ਆਖੇ ਤੂੰ ਰੋਂਦੂ ਆ। ਬਦਾਨ ਵੱਧ ਗਿਆ, ਦੋਵੇਂ ਗੁੱਥਮ ਗੁੱਥਾ ਹੋ ਗਏ। ਕਰੀਮੂ ਵੱਡਾ ਸੀ, ਉਸਨੇ ਰਹੀਮੂ ਦੇ ਦੰਦਾਂ 'ਤੇ ਹੂਰਾ ਕੱਢ ਮਾਰਿਆ ਤੇ ਲਹੂ ਵਗ ਪਿਆ। ਬੁੱਢੀ ਮਾਂ ਅੰਦਰੋਂ ਇੱਕੋ ਸਾਏ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ। ਉਹਦੇ ਕੰਨੀ ਇਹਨਾਂ ਦੇ ਵਖੜਾਉਣ ਦੀ ਆਵਾਜ਼ ਪੈ ਪੈ ਕੇ ਉਹਨੂੰ ਵਧੇਰੇ ਦੁਖੀ ਕਰਦੀ ਸੀ। ਉਹਦੇ ਤਿਹਾਈ ਬੁੱਲਾਂ 'ਤੇ ਸਿੱਕੜੀਆਂ ਆ ਗਈਆਂ ਸਨ, ਪਰ ਕਿਸੇ ਉਹਦੀ ਨਾ ਸੁਣੀ। ਅੱਜ ਹੀ ਨਹੀਂ, ਅੱਗੇ ਵੀ ਅਨੇਕਾਂ ਵਾਰੇ ਦੋਵੇਂ ਖੇਡਦੇ ਖੇਡਦੇ ਲੜ ਪੈਂਦੇ ਸਨ। ਇੱਕ ਦੂਜੇ ਦੇ ਝੱਗੇ ਖੋਹ ਛੱਡਦੇ, ਕਰੂੰਡਾਂ ਨਾਲ ਮੂੰਹ ਛਿੱਲ ਛੱਡਦੇ, ਪਰ ਮੁੜ ਗੁੱਸਾ ਢਿੱਲਾ ਹੋਣ 'ਤੇ ਦੋਵੇਂ ਉਹੋ ਜਿਹੇ ਹੋ ਜਾਂਦੇ। ਦੋਹਾਂ ਦੇ ਪਿੰਡੇ ਕਾਟੇ ਨਾਲ ਅੱਟੇ ਹੋਏ ਸਨ, ਪੈਰ ਨੰਗ ਥਕੜੰਮੇ ਜਿਹੇ। ਉਹ ਪਿੰਡ ਦੀਆਂ ਗਲੀਆਂ ਵਿੱਚ ਭੌਂਦੇ ਰਹਿੰਦੇ ਹੁੰਦੇ ਸਨ। ਲੋਕੀ ਉਹਨਾਂ ਵੱਲ ਤੱਕਦੇ, ਪਰ ਕੋਈ ਉਹਨਾਂ ਨੂੰ ਮੂੰਹ ਨਾ ਲਾਉਂਦਾ। ਹੋਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ। ਸਦਾ ਭਾਂਤ ਭਾਂਤ ਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਹੀ ਰਹਿੰਦੀਆਂ ਸਨ। 16 ਤੇ 14 ਵਰ੍ਹਿਆਂ ਦੇ ਕਰੀਮੂ ਰਹੀਮੂ ਖਰੋਟਾਂ ਨਾਲ ਖੁੱਤੀ ਖੇਡਦੇ, ਲੋਕਾਂ ਨੂੰ ਉੱਕਾ ਨਾ ਪਾਉਂਦੇ। ਇਹ ਖੇਡ ਨਿੱਕੇ ਬੱਚਿਆਂ ਦੀ ਜੂ ਹੋਈ, ਪਰ ਇਹ ਦੋਵੇਂ ਭਰਾ ਘੜੇ ਹੋਈ ਕਿਸੇ ਵੱਖਰੀ ਮਿੱਟੀ ਦੇ ਸਨ। ਖਰੋਟਾਂ ਤੋਂ ਹਟ ਕੌਡੀਆਂ ਨੂੰ ਜੁੱਟ ਜਾਂਦੇ। ਕਈ ਵਾਰ ਉੱਥੇ ਹੀ ਜੂਤ ਪਟਾਂਗ ਹੋ ਕੇ ਰੁੱਸੇ ਰੁੱਸੇ ਪਿੰਡ ਦੀਆਂ ਹੱਟੀਆਂ 'ਤੇ ਜਾ ਪੈਂਦੇ। ਉੱਥੇ ਲੋਕਾਂ ਦੀਆਂ ਇੱਧਰਲੀਆਂ ਉੱਧਰਲੀਆਂ ਸਲੂਣੀਆਂ ਅਲੂਣੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ। ਆਥਣ ਨੂੰ ਘਰ ਪਰਤਣ ਵੇਲੇ ਮੁੜ ਦੋਆਂ ਦੀ ਗਲਵਕੜੀ ਪਈ ਹੁੰਦੀ ਸੀ। ਮਾਂ ਬਿਮਾਰ ਪਿਆ ਮਹੀਨੇ ਤੋਂ ਉੱਤੇ ਹੋ ਗਿਆ ਸੀ। ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਵਿੱਚ ਪੁੱਜਦੀ ਕਿੱਥੇ ਸੀ, ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਫਤ ਦਵਾਈਆਂ ਲਿਆਉਣ ਦੀ ਵੇਲ ਵੀ ਤੇ ਕਰੀਮੂ ਰਹੀਮੂ ਨੂੰ ਨਹੀਂ ਸੀ ਲੱਭਦੀ। ਜਦੋਂ ਖਰੋਟ 'ਤੇ ਕੌਡੀਆਂ ਖੇਡ ਹਟਦੇ ਤੇ ਹੱਟਾਂ 'ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਉਹਨਾਂ ਨੂੰ ਦਿਖਾਈ ਨਾ ਦਿੰਦਾ, ਤਾਂ ਉਹ ਆਪਣੀਆਂ ਗਲੇਲਾਂ 'ਤੇ ਗੋਲੀਆਂ ਚੁੱਕ ਕੇ ਬਾਹਰ ਸ਼ਿਕਾਰ ਨੂੰ ਟੁਰ ਵਗਦੇ। ਜੰਡਾਂ ਫਰਵਾਵਾਂ ਵਣਾਂ ਥੱਲੇ ਖਲੋ ਕੇ ਉੱਤੇ ਬੈਠੇ ਪੰਛੀਆਂ ਨੂੰ ਲੱਭਦੇ। ਜੇ ਕੋਈ ਕਬੂਤਰ, ਘੁੱਗੇ, ਤਲੀਆਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਪੈਂਦਾ ਤਾਂ ਦੋਵੇਂ ਡੰਡ ਪਾ ਦਿੰਦੇ, ਉਹ ਬੈਠਾ ਹੀ, ਉਹ ਬੈਠਾ ਹੀ, ਤੇ ਆਪਣੀਆਂ ਗਲੇਲਾਂ ਦੀਆਂ ਤੰਦਾਂ ਖਿੱਚਦੇ। ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ। ਉਹਨਾਂ ਤੋਂ ਅਜੇ ਤੀਕਰ ਕੋਈ ਪੰਛੀ ਨਹੀਂ ਸੀ ਮੋਇਆ। ਹਾਰ ਕੇ ਉਹ ਕਿਸੇ ਵਗਦੇ ਸੂਏ ਦੇ ਕੰਢੇ ਖਲੋਤੇ ਬ੍ਰਿਸ਼ ਦੀ ਛਾਵੇਂ ਬਹਿ ਜਾਂਦੇ। ਕਦੇ ਬੁੱਕਾਂ ਨਾਲ ਪਾਣੀ ਪੀਂਦੇ ਤੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ। ਲੋਕੀ ਪਤਾ ਨਹੀਂ ਕਿੱਦਾਂ ਸ਼ਿਕਾਰ ਖੇਡ ਲੈਂਦੇ ਨੇ। ਕਰੀਮੂ ਉਂਗਲਾਂ ਨਾਲ ਗਾਰਾ ਕੁਰੇਦਾ ਨਿਵੇਂ ਜਿਹਾ ਆਖਦਾ, ਖਬਰੇ ਉਹਨਾਂ ਦੀ ਗੁਲੇਲਾਂ 'ਤੇ ਗੋਲੀਆਂ ਕਿੱਦਾਂ ਦੀਆਂ ਹੁੰਦੀਆਂ ਹੋਣਗੀਆਂ। ਦੂਜਾ ਉੱਤਰ ਦਿੰਦਾ, ਸਾਥੋਂ ਤੇ ਨਹੀਂ ਮੋਇਆ ਕਦੇ ਕੋਈ ਪੰਛੀ। ਫਿਰ ਇੱਕ ਨਾਰਾਜ਼ਤਾ ਜੀ ਉਹਨਾਂ ਦੇ ਚਿਹਰਿਆਂ 'ਤੇ ਛਾ ਜਾਂਦੀ। ਉਹ ਕਿੰਨਾ ਚਿਰ ਚੁੱਪ ਚਪੀਤੇ ਬੈਠੇ ਘਾਹ ਦੀਆਂ ਤਿੜਾਂ ਖੇਡਦੇ ਰਹਿੰਦੇ। ਕਦੇ ਉੱਠ ਕੇ ਲੱਤਾਂ ਸੂਏ ਵਿੱਚ ਲਮਕਾ ਬੈਂਦੇ ਤੇ ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲ ਖੁੱਤੀ ਦਾ ਝੱਸ ਪੂਰਾ ਕਰਿਆ ਕਰਦੇ। ਕਈ ਵਾਰੀ ਐਉਂ ਹੀ ਬਾਹਰ ਭੌਂਦਿਆਂ ਭੌਂਦਿਆਂ ਨੂੰ ਦਿਨ ਬਤੀਤ ਹੋ ਜਾਂਦਾ। ਆਥਣ ਹੋ ਗਈ ਸੀ। ਵਾਗੀ ਹੇਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ। ਹੱਲੋਂ ਛੁੱਟੇ ਬਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ। ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾਂ ਮੋਢਿਆਂ 'ਤੇ ਟੰਗੀ ਪਿੰਡਾਂ ਨੂੰ ਪਰਤ ਗਏ।
ਹੌਲੀ ਹੌਲੀ ਜਾਂਦੇ ਹੋਏ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਹਾ ਆ ਗਿਆ ਅਤੇ ਉਹ ਕੁਝ ਬੋਲਦੇ ਜਾਂਦੇ ਸਨ। ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ ਉਹਨਾਂ ਦੇ ਘਰ 2 ਝੋਟੀਆਂ ਹੁੰਦੀਆਂ ਸਨ, ਇੱਕ ਪਹਿਲਣ ਅਤੇ ਇੱਕ ਦੂਜੇ ਸੂਏ, ਨਾਲੇ ਇੱਕ ਵੈੜਕੀ ਵੀ ਸੀ। ਉਹ ਉਹਨਾਂ ਤਿਹਾਂ ਨੂੰ ਚਾਰਦੇ ਹੁੰਦੇ ਸੀ। ਐਵੇਂ ਹੀ ਹੇਕਾਂ ਲਾਉਂਦੇ ਘਰ ਨੂੰ ਮੁੜਦੇ ਹੁੰਦੇ ਸੀ। ਉਦੋਂ ਫਿਰ ਉਹ ਵੈੜੀ ਅਤੇ ਮੱਝਾਂ ਕਿੱਥੇ ਗਈਆਂ? ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ। ਅੱਬਾ ਜੂਏ ਵਿੱਚ ਹਾਰ ਚੁੱਕਿਆ ਸੀ ਉਹਨਾਂ ਨੂੰ। ਤੈਨੂੰ ਨਹੀਂ ਪਤਾ? ਚਲੋ ਠੀਕ ਹੋਇਆ, ਸਾਂਭ ਸੰਭਾਲੀ ਦਾ ਟੰਟਾ ਕਲੋ ਲੱਥਾ, ਰਹੀਮੂ ਨੇ ਖੁਸ਼ ਹੋ ਕੇ ਕਿਹਾ। ਕੁਸਮਸਾ ਜਿਹਾ ਹੋ ਗਿਆ ਸੀ ਜਦੋਂ ਉਹ ਇੱਕ ਖੇਤ ਦੀ ਵੱਟ ਉੱਤੇ ਆਣ ਖਲੋਤੇ। ਆਕਾਸ਼ ਉੱਤੇ ਜੋ ਪਹਿਲਾ ਤਾਰਾ ਚੜ੍ਹਿਆ ਸੀ ਤਾਂ ਉਹ ਖੁਰਾਂ ਦੇ ਘੱਟੇ ਨਾਲ ਫਿਜਾਟੀ ਹੋਣ ਕਰਕੇ ਵਿਖਾਲੀ ਨਹੀਂ ਦਿੰਦਾ। ਚਿੜੀਆਂ ਬਾਜਰੇ ਦੇ ਸਿੱਟਿਆਂ ਉੱਤੇ ਅੰਤਮ ਠੂੰਗੇ ਭਰ ਕੇ ਉੱਡ ਚੁੱਕੀਆਂ ਸਨ। ਕਰੀਮੂ ਤੇ ਰਹੀਮੂ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਤੀ ਸੀ। ਪਹਿਲਵਾਨ ਦੇ ਡੋਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੁੜੀਆਂ ਹੋਈਆਂ ਦਿਸਦੀਆਂ ਸਨ। ਪਤਾ ਹੀ ਕਰੀਮੂ, ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੇ? ਹਾਂ ਪਤਾ ਏ, ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇੱਥੋਂ ਦੀ ਲੰਘਦੀ ਦੱਸਿਆ ਕਰਦੀ ਸੀ। ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸਾਂ। ਇਹ ਵੀ ਉਸੇ ਰਾਹ ਅੱਬਾ ਨੇ ਭੇਜੀਆਂ ਜਿਹੜੇ ਰਾਹ ਵੈੜਕਿਆਂ ਤੇ ਝੋਟੀਆਂ ਗਈਆਂ ਸਨ। ਐਉਂ ਆਖਦਾ ਆਖਦਾ ਕਰੀਮੂ ਹੱਸ ਪਿਆ, ਨਾਲ ਹੀ ਰਹੀਮੂ ਵੀ। ਦੋਵੇਂ ਖਿੜਖਿੜ ਕਰਦੇ ਦੋਹਰੇ ਹੁੰਦੇ ਜਾਂਦੇ ਸਨ। ਉਹਨਾਂ ਦੀ ਅੱਖਾਂ ਵਿੱਚ ਪਾਣੀ ਆ ਗਿਆ, ਜਿਕਰ ਉਹ ਰੋ ਰਹੇ ਹੁੰਦੇ ਨੇ। ਐਨੇ ਨੂੰ ਹਵਾ ਦਾ ਰੁਮਕਾ ਵਗਿਆ। ਉਹ ਦੋਵੇਂ ਖਾਮੋਸ਼ ਜਿਹੇ ਹੋ ਕੇ ਮੱਕੀ ਦੇ ਪੱਤਿਆਂ ਦੀ ਖੜਖੜ ਕਿੰਨਾ ਚਿਰ ਸੁਣਦੇ ਰਹੇ। ਅੱਬਾ ਇੱਥੇ ਹਲ ਵਾਹੁੰਦਾ ਹੁੰਦਾ ਸੀ, ਵੱਡੇ ਨੇ ਹੌਕਾ ਜਿਹਾ ਭਰ ਕੇ ਆਖਿਆ। ਹੁਣ ਨਾ ਸਾਡੇ ਵਾਹੁਣ ਨੂੰ ਭੋਏ ਨਾ ਜੋਣ ਨੂੰ ਢੱਗੇ। ਚੱਲ ਚੰਗਾ ਏ, ਐਦਾਂ ਹੀ ਕੀ ਲੈਣਾ ਜੇ ਗਲ ਫਾਹੇ ਪਾ ਕੇ, ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿੱਚਦਿਆਂ ਆਖਿਆ। ਫਿਰ ਦੋਵੇਂ ਚੁੱਪ ਹੋ ਗਏ। ਉਹਨਾਂ ਦੇ ਚਿਹਰਿਆਂ ਉਹਨਾਂ ਦੇ ਅੰਤਰਮੀ ਅਹਿਸਾਸਾਂ ਨੂੰ ਪ੍ਰਗਟ ਪਏ ਕਰਦੇ ਸਨ। ਐਨੇ ਨੂੰ ਕਰੀਮੂ ਨੇ ਆਖਿਆ, ਚੱਲ ਰਹੀਮੂ ਵਗ ਚੱਲੀਏ, ਕੋਈ ਛੱਲੀਆਂ ਦੇ ਚੋਰ ਜਾਣ ਕੇ ਕੋਟੀ ਨਾ ਕੱਢੇ। ਤੇ ਦੋਵੇਂ ਕਾਲੀ ਕਾਲੀ ਉਲਾਂਘਾਂ ਭਰਦੇ ਪਿੰਡ ਨੂੰ ਤੁਰ ਪਏ, ਜਿੱਥੇ ਦੀਵੇ ਬਲ ਚੁੱਕੇ ਸਨ। ਜਿੱਦਣ ਦੀ ਮਾਂ ਬਿਮਾਰ ਪਈ ਸੀ ਦੋਵੇਂ ਇੱਕੋ ਵੇਲੇ ਰੋਟੀ ਖਾਂਦੇ ਸਨ। ਮਾਂ ਲੋਕਾਂ ਦੇ ਘਰੀ ਪੀਣ ਦਲਣ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ। ਉਹ ਦਾਣੇ ਇਹਨਾਂ ਦੇ ਨਿੱਤ ਦੇ ਡੰਗ ਨਹੀਂ ਸੀ ਟਪਾ ਸਕਦੇ। ਦੋਵੇਂ ਜਣੇ ਚੁੱਲ੍ਹਾ ਚੌਂਕੇ 'ਤੇ ਕੱਚੀਆਂ ਧੁਆਕੀਆਂ ਜਿਹੀਆਂ ਰੋਟੀਆਂ ਲੂਣ ਨਾਲ ਖਾ ਕੇ ਸੌਂ ਰਹਿੰਦੇ। ਕਦੇ ਕਦੇ ਫਾਕਿਆਂ ਵਿੱਚ ਹੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਹੁੰਦੀਆਂ ਸਨ। ਪਿੰਡ ਦੇ ਲੋਕ ਇਹਨਾਂ ਨੂੰ ਗਵਾਰ ਸਮਝਦੇ ਸਨ। ਕਈ ਵਾਰ ਇਹਨਾਂ ਦੋਵਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ ਦੇ ਵੇਚਦਿਆਂ ਤੱਕਿਆ ਸੀ। ਕਿਸੇ ਦੀ ਚੋਰੀ ਪਿੰਡ ਵਿੱਚ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਰਹੀਮੂ 'ਤੇ ਹੀ ਜਾਂਦਾ। ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ, ਪਰ ਕਦੇ ਕੋਈ ਸ਼ੈ ਉਹਨਾਂ ਦੇ ਘਰੋਂ ਬਰਾਮਦ ਨਹੀਂ ਸੀ ਹੋਈ। ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ 'ਤੇ ਸਦਾ ਟਿਕਿਆ ਰਿਹਾ। ਲੋਕਾਂ ਦੇ ਨਿੱਤ ਦੇ ਅਲਾਂਭਿਆਂ ਅਤੇ ਤਲਾਸ਼ੀਆਂ ਤੋਂ ਮਾਂ ਛਿੱਤੀ ਪੈ ਗਈ ਹੋਈ ਸੀ। ਕਰੀਮੂ ਤੇ ਰਹੀਮੂ ਵੀ ਇਕਾਂਤ ਵਿੱਚ ਬਹਿ ਕੇ ਇਹਨਾਂ ਊਜਾਂ ਨੂੰ ਮਹਿਸੂਸ ਤੇ ਕਰਦੇ, ਪਰ ਕੁਝ ਪਲ ਲਈ ਮੋੜੋ ਛੇਤੀ ਹੀ ਕੌਡੀਆਂ ਖਰੋਟਾਂ ਨਾਲ ਪੱਲੇ ਭਰ ਕੇ ਬਾਹਰ ਨੂੰ ਟੁਰ ਪੈਂਦੇ ਅਤੇ ਉਹਨਾਂ ਨੂੰ ਸਭ ਕੁਝ ਭੁੱਲ ਭੁਲਾ ਜਾਂਦਾ। ਲੋਕ ਇਹਨਾਂ ਨੂੰ ਮੌਕੇ ਉੱਤੇ ਫੜਨ ਲਈ ਪੈਲੀਆਂ ਵਿੱਚ ਲੁਕ ਕੇ ਬਹਿੰਦੇ। ਪਿੰਡ ਵਾਲਿਆਂ ਦਾ ਖਿਆਲ ਸੀ ਕਿ ਇਹਨਾਂ ਨੂੰ ਉੱਤੋਂ ਫੜ ਕੇ ਜੇਲ੍ਹ ਖਾਨੇ ਭਜਵਾ ਦਿੱਤਾ ਜਾਵੇ। ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੀ ਕਦੀ ਗੱਲਾਂ ਵੀ ਕੀਤਾ ਕਰਦੇ। ਲੋਕੀ ਸਾਡੇ ਉੱਤੇ ਬਦੋ ਬਦੀ ਦਾ ਸ਼ੱਕ ਕਿਉਂ ਕਰੀ ਜਾਂਦੇ? ਅਸੀਂ ਕਦੀ ਕਿਸੇ ਦੀ ਰੇਣ ਤੱਕ ਵੀ ਨਹੀਂ ਛੂਈ, ਐਵੇਂ ਚੱਲੇ ਨੇ, ਦੂਜਾ ਆਖਦਾ ਤੇ ਦੋਵੇਂ ਜਾਣੇ ਉੱਚੀ ਉੱਚੀ ਹੱਸ ਪੈਂਦੇ। ਮਾਂ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾਂਦੀ ਸੀ। ਉਹ ਦੋਵੇਂ ਰਾਤ ਵੇਲੇ ਮਾਂ ਕੋਲ ਆ ਬਹਿੰਦੇ, ਮਾਂ ਦੇ ਮੂੰਹ ਨੂੰ ਤੱਕਦੇ। ਮਾਂ ਬੜੀਆਂ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ, ਬਹੁਤੀਆਂ ਉਹਨਾਂ ਦੇ ਪਿਓ ਬਾਰੇ। ਭਾਵੇਂ ਉਹਨੂੰ ਜੂਏ ਦੀ ਆਦਤ ਸੀ, ਪਰ ਉਹ ਬੜਾ ਚੰਗਾ ਮਨੁੱਖ ਸੀ। ਤੁਹਾਡਾ ਅੱਬਾ ਬੱਚਾ? ਹਾਂ ਮਾਂ, ਬੜਾ ਚੰਗਾ ਸੀ, ਕਰੀਮੂ ਖੁਸ਼ੀ ਨਾਲ ਬੋਲਿਆ। ਮੈਨੂੰ ਹਲ ਛੱਡ ਕੇ ਕੁਛੜ ਚੁੱਕ ਲੈਂਦਾ, ਛੱਲੀਆਂ ਦਿੰਦਾ, ਗੰਨੇ ਵੀ, ਵੇਲੇ ਵੇਲੇ ਕਿੰਨੀਆਂ ਹੋਰ ਚੀਜ਼ਾਂ ਸਾਥੋਂ ਮੁੱਕਦੀਆਂ ਹੀ ਨਹੀਂ, ਹੈ ਨਾ ਕਰੀਮੂ? ਰਹੀਮੂ ਬੋਲਿਆ। ਦਾਣੇ ਹੀ ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿੱਚ ਉਦੋਂ, ਕਰੀਮੂ ਮਾਂ ਵੱਲ ਤੱਕਦਾ ਬੋਲਿਆ। ਰੱਜ ਰੋਟੀਆਂ ਖਾਂਦੇ ਹੁੰਦੇ ਸਾਂ, ਪਰ ਹੁਣ ਤੇ ਮਾਂ ਸਾਡੇ ਕੋਲ ਸਾਡੇ ਸਾਰੇ ਕੋਠੇ ਖਾਲੀ ਪਏ ਨੇ। ਇੱਕ ਪਾਲੀ ਕੋਠੇ ਵਿੱਚ ਹੂਕ ਜੀ ਛਾ ਗਈ। ਤਿੰਨਾਂ ਨੇ ਦੀਵੇ ਦੀ ਮੱਧਮ ਹੁੰਦੀ ਜੋਤ ਵੱਲ ਤੱਕਿਆ। ਮਾਂ ਦੀਆਂ ਅੱਖਾਂ ਗਿੱਲੀਆਂ ਸਨ। ਉਸ ਗਲੇਡੂ ਪਾੜ ਕੇ ਮੋੜ ਆਖਿਆ, ਉਹ ਮੈਨੂੰ ਬੜਾ ਪਿਆਰ ਕਰਦਾ ਸੀ, ਤੁਹਾਡਾ ਅੱਬਾ ਬੱਚਾ। ਵੇਂਦੇ ਜੇ ਇਹ ਮੇਰੇ ਕੰਨਾਂ ਦੀਆਂ ਮੁਰਕੀਆਂ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਬਣਵਾਈਆਂ ਸਨ ਤੁਹਾਡੇ ਅੱਬਾ ਨੇ, ਇਹ ਸੋਨੇ ਦੀਆਂ ਮੁਰਕੀਆਂ। ਕਰੀਮੂ ਤੇ ਰਹੀਮੂ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ 'ਤੇ ਜੰਮੀਆਂ ਹੋਈਆਂ ਸਨ। ਮਾਂ ਨੂੰ ਹਟਕੋਰੇ ਜਿਹੇ ਆਉਣ ਲੱਗ ਪਏ। ਉਹ ਮੁੜ ਬੋਲੀ, ਬੜੇ ਔਖੇ ਵੇਲੇ ਆਏ ਬੱਚਾ, ਜਦੋਂ ਜੂਏ ਵਿੱਚ ਸਭ ਕੁਝ ਲਾ ਬੈਠਾ ਸੀ। ਉਦੋਂ ਘਰ ਦਾ ਲਾਂਘਾ ਟਪਾਉਣ ਲਈ ਮੈਂ ਆਖਿਆ ਸੀ ਇਹ ਮੁਰਕੀਆਂ ਵੇਚ ਦਿਓ,
ਪਰ ਉਸ ਆਖਿਆ, ਨਹੀਂ, ਮੈਂ ਸਾਰੀ ਉਮਰ ਹੀ ਤੇਰੇ ਕੰਨਾਂ ਵਿੱਚ ਇਹ ਲਮਕਦੀਆਂ ਵੇਖਾਂਗਾ। ਮਾਂ ਦੀਆਂ ਝੁਰੜੀਆਂ ਵਿੱਚ ਹੰਝੂਆਂ ਦੀਆਂ ਤਤੀਰੀਆਂ ਫਸੀਆਂ ਹੋਈਆਂ ਸਨ। ਕਰੀਮੋ ਤੇ ਰੀਮੋ ਸੁੰਨ ਹੋਏ ਬੈਠੇ ਸਨ। ਮਾਂ ਕੁਝ ਰੋਕ ਕੇ ਬੋਲੀ, ਮੈਂ ਉਮਰ ਭਰ ਇਹਨਾਂ ਮੁਰਕੀਆਂ ਨੂੰ ਸਾਂਭ ਰੱਖਦੀ ਆਈ ਹਾਂ। ਪੁੱਤਰ, ਜੇ ਮੈਂ ਮਰ ਗਈ ਨਾ, ਇਹ ਮੇਰੇ ਨਾਲ ਹੀ ਕਬਰ ਵਿੱਚ ਦਬਾ ਦੇਣੀਆਂ ਤੁਹਾਡੇ ਅੱਬਾ ਦੀ ਯਾਦ। ਉਹਦਾ ਗਲਾ ਰੁਕ ਗਿਆ ਤੇ ਅੱਗੋਂ ਉਹ ਕੁਝ ਨਾ ਕਹਿ ਸਕੀ। ਬਿੰਦ ਕੋ ਮਗਰੋਂ ਦੋਵੇਂ ਭਰਾ ਉੱਠ ਕੇ ਬਾਹਰ ਨਿਕਲ ਆਏ। ਆਕਾਸ਼ ਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲੱਟ ਲੱਟ ਪਏ ਝਾਕਦੇ ਸਨ, ਮਾਨੋ ਉਹਨਾਂ ਨੂੰ ਘੁਰਕ ਰਹੇ ਨੇ। ਦੋਵੇਂ ਨਾਲ ਡੱਠੀਆਂ ਮੰਜੀਆਂ ਤੇ ਪੈ ਕੇ ਗੱਲਾਂ ਜੀਆਂ ਕਰਨ ਲੱਗ ਪਏ। ਮਾਂ ਐਵੇਂ ਨਿੱਤ ਮਰਨ ਕਰਦੀ ਰਹਿੰਦੀ ਆ, ਕਰੀਮੋ ਬੋਲਿਆ। ਰੱਬ ਕਰੇ ਮਾਂ ਨਾ ਮਰੇ ਤੇ ਨਾ ਹੀ ਉਹਦੀਆਂ ਮੁਰਕੀਆਂ ਦੱਬੀਆਂ ਜਾਣ, ਰੀਮੋ ਨੇ ਆਖਿਆ। ਹਾਂ, ਉਹ ਜਿਉਂਦੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ। ਫਿਰ ਦੋਵੇਂ ਚੁੱਪ ਕਰ ਗਏ। ਸੋਨਾ ਵੀ ਕਦੀ ਦੱਬੀਦਾ ਏ ਭੋਂ ਵਿੱਚ ਭਲਾ? ਰੀਮੋ ਨੇ ਪੁੱਛਿਆ। ਕਾਹਨੂੰ, ਮਾਂ ਤੇ ਸ਼ੁਦੈਣ ਆ, ਲੋਕੀ ਤੇ ਸੋਨਾ ਸਗੋਂ ਧਰਤੀ ਚੋਂ ਕੱਢਦੇ ਹੁੰਦੇ ਨੇ। ਕਿੰਨੇ ਕੰਮ ਆਉਂਦਾ ਸੋਨੇ ਦੇ ਪੈਸੇ, ਪੈਸੇ ਦੇ ਦਾਣੇ ਤੇ ਦਾਣੇ ਦੀਆਂ ਰੋਟੀਆਂ। ਇਉਂ ਗੱਲਾਂ ਕਰਦੇ ਉਹ ਸੌਂ ਗਏ। ਕਈ ਦਿਨ ਹੋਰ ਲੰਘ ਗਏ। ਔਰਕ ਰਿੜਕਦੀ ਮਾਂ ਦਾ ਅੰਤ ਹੋ ਗਿਆ। ਦੋਵਾਂ ਭਰਾਵਾਂ ਨੇ ਨੜੋਇਆ ਤਿਆਰ ਕੀਤਾ, ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ। ਉਹ ਆਪੀ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਾ ਕੀਤਾ। ਦੋਹਾਂ ਕੰਨਾਂ ਵਿੱਚ 2 ਸੋਨੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲਮਕ ਰਹੀਆਂ ਸਨ, ਉਹਨਾਂ ਦੇ ਪਿਓ ਦੀ ਯਾਦਗਾਰ। ਮਾਂ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ। ਕੋਈ ਦਿਲਬਰੀਲੀ ਉਹਨਾਂ ਕੋਲ ਨਾ ਬੈਠਾ, ਨਾ ਹੀ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ। ਰਾਤੀ ਦੋਵੇਂ ਭੁੱਖੇ ਪਾਣੀ ਮੰਜਿਆਂ 'ਤੇ ਚੁੱਪ-ਚਾਪ ਜੇ ਪੈ ਗਏ। ਕੁਝ ਚਿਰ ਮਗਰੋਂ ਕਰੀਮੀ ਦੇ ਮੂੰਹੋਂ ਨਿਕਲਿਆ, ਚਲੋ ਜੀ, ਤੁਰ ਗਈ ਮਾਂ ਵੀ ਅੱਜ। ਹੁਣ ਉਹ ਕਿੱਥੇ ਜਾਏਗੀ ਕਰੀਮੋ? ਰੀਮੋ ਨੇ ਚੁੱਪ ਤੋੜੀ। ਬੈਸ਼ਤੀ, ਮੁਰਕੀਆਂ ਵੀ ਨਾਲ ਹੀ? ਮੁਰਕੀਆਂ? ਕਰੀਮੋ ਕੋਈ ਉੱਤਰ ਨਾ ਦੇ ਸਕਿਆ। ਉੜਕ ਦੋਨਾਂ ਨੂੰ ਨੀਂਦਰ ਆ ਗਈ। ਧਰੋ ਵਾਂਗ ਘੁੰਮਣ ਵਾਲੀਆਂ 7 ਰਿਸ਼ੀਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ। ਕਿੰਨੇ ਹੀ ਤਾਰੇ ਆਕਾਸ਼ੋਂ ਬੁੱਝ ਚੁੱਕੇ ਸਨ ਜਦੋਂ ਰਹੀਮੋ ਕਸਮੇੜ ਜਿਹਾ ਖਾਂਦਾ ਜਾਗਿਆ। ਰਾਤ ਐਡੀ ਡਰਾਉਣੀ ਸੀ ਜਿੱਡਾ ਉਹਨਾਂ ਦੀ ਮੋਈ ਮਾਂ ਦਾ ਚਿਹਰਾ। ਉਹ ਸਹਿਜੇ ਜੇ ਭਰਾ ਨੂੰ ਜਗਾ ਕੇ ਆਖਿਆ, ਭੁੱਖ ਲੱਗੀ ਓ? ਘਰ ਵਿੱਚ ਤੇ ਕੁਝ ਨਹੀਂ, ਕਰੀਮੋ ਬੋਲਿਆ। ਫਿਰ ਕਿੰਨਾ ਚਿਰ ਦੋਵੇਂ ਗੁੰਮ ਜਿਹੇ ਪਏ ਰਹੇ। ਪਰ ਰੀਮੋ ਨੇ ਮੁੜ ਆਖਿਆ, ਖਰੋਟ ਭੰਨ ਕੇ ਖਾ ਲਵਾਂ? ਖੇਡਾਂਗੇ ਕਾਹਦੇ ਨਾਲ? ਮੁੜ ਇੱਕ ਹੂਕ ਜਿਹੀ ਛਾ ਗਈ ਤੇ ਫਿਰ ਇੱਕੋ ਵਾਰ ਇੱਕੋ ਫੁਰਨਾ ਜ਼ਿਕਰ ਦੋਹਾਂ ਨੂੰ ਫੁਰ ਪੈਂਦਾ। ਬਿਨਾਂ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ। ਮਲਕੜੇ ਜਿਹੇ ਨੇ ਇੱਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾਲਾ, ਤੇ ਸਹਿਜੇ ਦੋਵੇਂ ਬਾਹਰ ਨਿਕਲ ਗਏ। ਰਾਤ ਮੌਤ ਜਿੱਡੀ ਖਾਮੋਸ਼ ਸੀ। ਸੱਜਰੀ ਦੱਬੀ ਮਾਂ ਦੀ ਕਬਰ ਉੱਤੇ 2 ਕਾਲੇ ਵਜੂਦ ਐਲ ਖਲੋਤੇ ਸਨ। ਜੇਕਰ ਮਿਰਤੂ ਦੇ ਪਰਛਾਵੇਂ ਹੁੰਦੇ ਹਨ। ਕਿੰਨਾ ਚਿਰ ਕੋਈ ਆਵਾਜ਼ ਉੱਥੇ ਪੈਦਾ ਨਾ ਹੋਈ। ਕੁਝ ਚਿਰ ਮਗਰੋਂ ਕੁਝ ਸਾਂ ਹੋਈ। ਕਰੀਮੋ, ਮਾਰ ਵੀ ਟੱਕ। ਸਹਿਜੇ ਹੀ ਰੀਮੋ ਦੇ ਮੂੰਹੋਂ ਮਸਾਂ ਨਿਕਲਿਆ, ਤੂੰ ਵੀ ਤੇ? ਕਰੀਮੋ ਨੇ ਕੰਬਦੀਆਂ ਬਾਹਾਂ ਨਾਲ ਕਹੀ, ਆਪਣੇ ਵੱਲ ਝੁਕਾਉਂਦਿਆਂ ਕਿਹਾ। ਉਹਨਾਂ ਦੀਆਂ ਹਿੱਕਾਂ ਠੱਕ ਵੱਜ ਰਹੀਆਂ ਸਨ। ਕਹੀ ਤੇ ਕੰਧਾਲਾ ਜ਼ਿਕਰ ਉਹਨਾਂ ਤੋਂ ਚੁੱਕੇ ਹੀ ਨਹੀਂ ਜਾਂਦੇ। ਕਬਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ, ਪਰ ਬਾਹਾਂ ਜ਼ਿਕਰ ਸਤਿਆਹੀਣ ਹੋ ਗਈਆਂ ਹੁੰਦੀਆਂ। ਰਾਤ ਦੀ ਖਾਮੋਸ਼ੀ ਵਿੱਚੋਂ ਇੱਕ ਬੇਮਲੂਮ ਜਿਹੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜ ਉੱਠੀ। ਜੇਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੇ ਹੁੰਦੇ ਹਨ, ਇਹ ਮੇਰੇ ਨਾਲ ਹੀ ਦਬਾ ਦੇਣੀਆਂ ਮੇਰੀਆਂ ਮੁਰਕੀਆਂ, ਤੁਹਾਡੇ ਅੱਬਾ ਦੀ ਯਾਦ ਬੱਚਾ। ਮਾਂ? ਰੀਮੋ ਦੇ ਮੂੰਹੋਂ ਬੇਤਹਾਸ਼ਾ ਇਉਂ ਨਿਕਲਿਆ ਜ਼ਿਕਰ ਰੋ ਪਿਆ ਹੁੰਦਾ। ਚੱਲ ਰੀਮੋ। ਕਰੀਮੋ ਕੇਵਲ ਇੰਨਾ ਹੀ ਆਖ ਸਕਿਆ। ਹਥਿਆਰ ਦੋਹਾਂ ਦੇ ਹੱਥੋਂ ਟਹਿ ਪਏ। ਤਾਰਿਆਂ ਦੀ ਲੌ ਵਿੱਚ ਉਹਨਾਂ ਘਰ ਨੂੰ ਮੁੜੇ ਜਾਂਦਿਆਂ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ। ਲਿਖਤ ਨੌਰੰਗ ਸਿੰਘ, ਆਵਾਜ਼ ਜੱਸੀ ਸੰਧੂ। ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।